ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ, ਜਿਉ ਬੁਲਾਏ ਤਿਉ ਬੋਲਾਂ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਜੇਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਈ ਤਿਹਾ ਹੋ ਕਰੀ ਬਖਿਆਨ। ਕਰ ਲੈ ਡੰਡਾਤ ਪੁੰਨ ਵੱਡਾ ਸਾਧੂਆਂ ਦਾ। ਕਰ ਲੈ ਡੰਡਾਤ ਵੱਡਾ ਪੁੰਨ ਸਾਧੂਆਂ ਦਾ।
ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰਲੇ ਮੰਡਲ ਮੰਡਾਹੇ, ਕਰ ਸੰ ਅੰਜਲੀ ਕਰ ਨਡਾਉਤ ਕਰ ਅੰਜਲੀ ਪੁਨ ਵੱਡਾ ਹੈ। ਕਰ ਨਡਾਉਤ ਪੁਨ ਵੱਡਾ ਹੈ। ਸਾਧੂ ਹੁੰਦੇ ਨੇ ਜਗਤ ਦਾ ਵੇੜਾ, ਘਰ ਘਰ ਜਾ ਕੇ ਤਾਰਦੇ। ਹੁੰਦੇ ਨੇ ਜਗਤ ਦਾ ਵੇੜਾ, ਘਰ ਘਰ ਜਾ ਕੇ ਤਾਰਦੇ।
ਪਰਮ ਸਤਿਕਾਰ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਤਨੇ ਆਪ ਗੁਰੂ ਚਰਨਾਂ ਦੇ ਵਿੱਚ ਪਹੁੰਚਿਓ, ਵੱਡੇ ਭਾਗਾਂ ਵਾਲਿਓ। ਗੁਰੂ ਪਾਤਸ਼ਾਹ ਨੇ ਮਹਾਨ ਬਖਸ਼ਾਂ ਕੀਤੀਆਂ। ਮਹਾਰਾਜ ਛਤਰ ਛਾਇਆ ਹੇਠ ਕਈ ਰੋਜ਼ ਤੋਂ ਲੈ ਕੇ ਗੁਰਮਤਿ ਸਮਾਗਮ ਪ੍ਰੰਭ ਹਨ, ਜੋ ਮਹਾਂਪੁਰਖਾਂ ਦੀ ਨਿੱਜੀ ਨਿੱਕੀ ਯਾਦ ਨੂੰ ਤਾਜ਼ਾ ਕਰਦੇ। ਕਈ ਰੋਜ਼ ਤੋਂ ਤੁਰਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਅਖੰਡ ਪਾਠ ਪ੍ਰਣੰਭ ਹਨ, ਜੋ ਰਾਜ ਦਾ ਆਪਾਂ ਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੁੜਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਗੁਰੂ ਪਾਤਸ਼ਾਹ ਨੇ ਮਹਾਨ ਬਖਸ਼ਾਂ ਕੀਤੀਆਂ। ਕਾਫੀ ਸਮੇਂ ਤੋਂ ਲੈ ਕੇ ਗੁਰਸਿੱਖਾਂ ਦੇ ਰਚਨਾ ਤੋਂ ਆਪ ਜੀ ਇਲਾਹੀ ਰੱਬੀ ਬਾਣੀ ਦੇ ਹਰ ਜਸ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਾ ਬਣਾ ਰਹੇ ਸੀ। ਜੋ ਬਾਕੀ ਸਮਾਂ ਹੈ ਇਹ ਵੀ ਗੁਰੂ ਚਰਨਾਂ ਦੇ ਨਾਲ ਜੁੜ ਕੇ ਗੁਰੂ ਦੇ ਗੁਣ ਗਾਉਂਦੇ ਆ। ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਾ ਬਣਾਈਏ। ਸਾਰੇ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਬਾਣੀ ਦੇ ਵਿੱਚ ਫਰਮਾਨ ਕਰਦੇ ਹੈ ਵੀ ਜੋ ਮਹਾਤਮਾ ਨੇ ਉਹ ਇੱਕ ਚੱਲਦਾ ਤੁਰਦਾ ਆਪਾਂ ਤੀਰਥ ਕਹਿ ਦਈਏ, ਵੇੜਾ ਕਹਿ ਦਈਏ, ਵੀ ਘਰ ਘਰ ਜਾ ਕੇ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਬਖਸ਼ਿਸ਼ ਕਰਦੇ, ਜੀਵਾਂ ਦਾ ਭਲਾ ਕਰਦੇ। ਤੇ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਵੀ ਜਿਹੜੀ ਉਹਨਾਂ ਨੂੰ ਆਪਾਂ ਨੇ ਨਮਸਕਾਰ ਕਰਨੀ ਹੈ, ਸਤਿਕਾਰ ਕਰਨਾ, ਅਦਬ ਕਰਨਾ ਨਾਮ ਜਪਣ ਵਾਲਿਆਂ ਦਾ, ਇਹ ਸਭ ਤੋਂ ਵੱਡਾ ਪੁੰਨ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਜਿਹੜਾ ਆਪਣਾ ਸਰੀਰ ਰੂਪੀ ਨਗਰ ਹੈ, ਪਾਤਸ਼ਾਹ ਜੀ ਕਹਿੰਦੇ ਪੈਰ ਦੇ ਗੁੱਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਮਾਨੋ ਕਿ ਕਾਮ ਕ੍ਰੋਧ ਵਿਸ਼ਿਆਂ ਵਿਕਾਰਾਂ ਦੇ ਨਾਲ ਨੱਕੋ ਨੱਕ ਭਰਿਆ ਪਿਆ। ਇਹਨਾਂ ਤੋਂ ਬਚਣ ਵਾਸਤੇ ਜੋ ਸਾਧੂਆਂ ਦੀ ਮਹਾਤਮਾ ਦੀ ਸੰਗਤ ਹੈ ਉਹ ਆਪਣੇ ਜੀਵਨ ਦੇ ਵਿੱਚ ਜ਼ਰੂਰੀ ਆਪਾਂ ਨੂੰ ਕਰਨੀ ਚਾਹੀਦੀ ਹੈ। ਕਹਿੰਦੇ ਸਾਧੂਆਂ ਦੇ ਕੋਲੋਂ ਨਾਮ ਰੂਪੀ ਖੰਡਾ, ਗਿਆਨ ਰੂਪੀ ਖੰਡਾ ਲੈ ਕੇ ਉਹ ਕਾਮ ਕ੍ਰੋਧ ਆਪਾਂ ਆਦਿਕਾਂ ਨੂੰ ਆਪਾਂ ਟੁਕੜੇ ਟੁਕੜੇ ਕਰ ਸਕਦੇ ਹਾਂ, ਉਹਨਾਂ ਤੋਂ ਆਪਾਂ ਬਚ ਸਕਦੇ ਹਾਂ ਜੇ ਆਪਾਂ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦੇ ਗੁਣ ਗਾਈਏ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਈ ਮੰਡਲ ਮੰਡਾ ਹੈ। ਜਿਹੜੇ ਇਹ ਸੰਗਤ ਹੈ, ਗੁਰੂ ਦੀ ਸ਼ਰਨ ਹੈ, ਇਹ ਪੂਰਬਲਿਆਂ ਕਰਮਾਂ ਕਰਕੇ ਜਦੋਂ ਜੀਵ ਦੇ ਅਤੀ ਭਾਗ ਜਾਗਦੇ ਹਨ, ਪੂਰਬ ਕਰਮ ਅੰਕ ਜਾ ਪ੍ਰਗਟੇ, ਭੇਟਿਓ ਪੁਰਖ ਰਸ ਕਵੈ ਰਾਗੀ। ਜਦੋਂ ਪਿਛਲੇ ਕਰਮਾਂ ਦਾ ਫਲ ਆਪਣੇ ਮੂਹਰੇ ਆਉਂਦਾ, ਉਸ ਵੇਲੇ ਕੋਈ ਰੱਬ ਦਾ ਪਿਆਰਾ, ਕੋਈ ਸਤਿਪੁਰਖ ਪ੍ਰਾਪਤ ਹੁੰਦੇ ਹਨ, ਉਹਨਾਂ ਦੀ ਸੰਗਤ ਮਿਲਦੀ ਹੈ। ਨਹੀਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੋ, ਭੇਟਿਓ ਪੁਰਖ ਰਸ ਕਵੈ ਰਾਗੀ। ਫਿਰ ਉਸ ਵੇਲੇ ਗੁਰੂ ਪਾਤਸ਼ਾਹ ਜੀ ਕਹਿੰਦੇ, ਮੇਟੋ ਅੰਧੇਰ ਮਿਲਤ ਹਰਿ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਿਹੜਾ ਅੰਧਿਆਰ ਅਗਿਆਨ ਹੈ ਇਹ ਖਤਮ ਹੁੰਦਾ ਹੈ ਸੰਗਤ ਵਿੱਚ ਆ ਕੇ। ਆਪਣੀ ਜਿਹੜੀ ਆਤਮਾ, ਆਪਣਾ ਮਨ ਜਨਮਾਂ ਜਨਮਾਂ ਤੋਂ ਸੁੱਤਾ ਪਿਆ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਗਿਆਨ ਜਗਤ ਨੂੰ ਜਾਗ ਪੈਂਦਾ ਹੈ। ਮਨ ਦੀ ਲਿਵ ਮਾਨੋ ਕਿ ਗੁਰੂ ਸ਼ਬਦ ਨਾਲ ਜੁੜਦੀ ਹੈ। ਕਿੱਥੇ? ਜਦੋਂ ਆਪਾਂ ਸੰਗਤ ਵਿੱਚ ਆਉਂਦੇ ਹਾਂ। ਇਹ ਪੂਰਬਲੇ ਕਰਮਾਂ ਦਾ ਫਲ ਹੈ। ਸਾਰਿਆਂ ਦੇ ਵੱਸ ਦੀ ਗੱਲ ਨਹੀਂ ਹੈ ਵੀ ਸਾਰਿਆਂ ਨੂੰ ਸੰਗਤ ਚੰਗੀ ਲੱਗਦੀ ਹੋਵੇ, ਚੰਗਾ ਆਉਣਾ ਲੱਗਦਾ ਹੋਵੇ। ਉਹ ਆਉਂਦੇ ਨੇ, ਉਦਮ ਕਰਦੇ ਨੇ। ਗੁਰੂ ਪਾਤਸ਼ਾਹ ਜੀ ਜਿਨ੍ਹਾਂ ਦੇ ਪਿਛਲੇ ਭਾਗ ਚੰਗੇ ਹੈ, ਇਸੇ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ। ਸੁਤੀ ਕੋਈ ਕਿਸਮਤ ਜਾਗ ਪੀ,
ਸੰਗ ਹੋਇਆ ਸਾਧੂਆਂ ਦਾ, ਸੋਤੀ ਹੋਈ ਕਿਸਮਤ ਜਾਗਦੀ। ਸੰਗ ਹੋਇਆ ਸਾਧੂਆਂ ਦਾ, ਸੋਤੀ ਹੋਈ ਕਿਸਮਤ ਜਾਗਦੀ। ਸੰਗ ਹੋਇਆ ਸਾਧੂਆਂ ਦਾ, ਮੇਰੀ ਸੁੱਤੀ ਹੋਈ ਕਿਸਮਤ ਜਾਗਦੀ। ਸੰਗ ਹੋਇਆ ਸਾਧੂਆਂ ਦਾ, ਸੰਗ ਹੋਇਆ ਸਾਧੂਆਂ ਦਾ। ਸੋਤੀ ਹੋਈ ਕਿਸਮਤ ਜਾਗਦੀ। ਸੰਗ ਹੋਇਆ ਸਾਧੂਆਂ ਦਾ, ਮੇਰੀ ਸੋਤੀ ਹੋਈ ਕਿਸਮਤ ਜਾਗਦੀ। ਸੰਗ ਹੋਇਆ ਸਾਧੂਆਂ ਦਾ, ਸੰਗ ਹੋਇਆ ਜੀ ਸਾਧੂਆਂ ਦਾ, ਸੰਗ ਹੋਇਆ ਜੀ ਸਾਧੂਆਂ ਦਾ। ਸੋਤੀ ਹੋਈ ਕਿਸਮਤ ਜਾਗਦੀ। ਸੰਗ ਹੋਇਆ ਸਾਧੂਆਂ ਦਾ, ਮੇਰੀ ਸੋਤੀ ਹੋਈ ਕਿਸਮਤ ਜਾਗਦੀ। ਸੰਗ ਹੋਇਆ ਸਾਧੂਆਂ ਦਾ, ਸੰਗ ਹੋਇਆ ਇਸ ਕਰਕੇ ਕਹਿੰਦੇ ਪੂਰਬ ਲਿਖ ਤਿਲ ਗੁਰ ਪਾਇਆ ਮਨ ਹਰਿ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡਾਉਤ ਪੁਨ ਵੱਡਾ ਹੈ। ਡੰਡਾਉਤ ਡੰਡੇ ਬਤ ਲੰਮਾ ਪੈ ਕੇ ਨਮਸਕਾਰ ਕਰਨੀ ਚਰਨਾਂ ਤੇ। ਸਾਧੂਆਂ ਨੂੰ ਐਡਾ ਵੱਡਾ ਪੁੰਨ ਹੈ। ਰਹਾਉ ਸਾਖਤ ਹਰ ਸਾਧ ਨਾ ਜਾਣਿਆ ਤਿਨ ਅੰਤਰ ਹੋਵੇਂ। ਖੰਡਾ ਹੈ। ਜਿਹੜੇ ਸਾਖਤ ਲੋਕ ਨੇ ਉਹਨਾਂ ਨੂੰ ਹਰੀ ਪਰਮੇਸ਼ਰ ਦੇ ਨਾਮ ਦਾ ਆਨੰਦ ਨਹੀਂ ਆਉਂਦਾ, ਰਸ ਨਹੀਂ ਆਉਂਦਾ, ਕਿਉਂਕਿ ਉਹਨਾਂ ਦੇ ਹਿਰਦੇ ਦੇ ਅੰਦਰ
ਇੱਕ ਹਉਮੈ ਰੂਪੀ ਕੰਡਾ ਹੈ। ਜਿਵੇਂ ਕੰਡਾ ਚੁਭਦਾ ਨਾ ਆਪਣੇ ਦੁੱਖ ਦਿੰਦਾ, ਇਸੇ ਤਰ੍ਹਾਂ ਆਪਾਂ ਨੂੰ ਹਉਮੈ ਹੰਕਾਰ ਹਮੇਸ਼ਾ ਦੁੱਖ ਹੀ ਦਿੰਦਾ ਹੈ। ਅੰਤਰ ਮਹਾਰਾਜ ਕਹਿੰਦੇ ਸਾਖਤ ਹਰ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੈ ਦੁਖ ਚੁਭੈ ਦੁਖ ਪਾਵੈ ਜਮ ਕਾਲ ਸਹਸ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ। ਹਰੀ ਪਰਮੇਸ਼ਰ ਦੇ ਪਿਆਰਿਆਂ ਨੇ ਆਪਣੇ ਹਉਮੈ ਹੰਕਾਰ ਨੂੰ ਮਿਟਾ ਕੇ ਆਪਣੇ ਮਨ ਨੂੰ ਪਰਮੇਸ਼ਰ ਦੇ ਨਾਲ ਜੋੜ ਕੇ ਨਾਮ ਦੀ ਕਮਾਈ ਕਰਕੇ ਸਿਮਰਨ ਕਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਪਣਾ ਜੰਮਣ ਮਰਨ ਦਾ ਜਿਹੜਾ ਦੁੱਖ ਸੀ ਭੈ ਸੀ ਸਾਰਾ ਖਤਮ ਕਰ ਲਿਆ, ਸਾਰਾ ਖਤਮ ਕਰ ਲਿਆ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭੈ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਮੰਡਾ ਹੈ। ਉਹਨਾਂ ਨੇ ਨਾਰਾਸ ਭਾਵ ਕਿ ਨਾਸ ਹੋਣ ਤੋਂ ਰਹਿਤ, ਜਿਹੜਾ ਕਦੇ ਨਾਸ ਹੁੰਦੇ ਨਹੀਂ, ਸਦਾ ਜਗ ਦੀ ਜੋਤ ਗੁਰੂ ਪਰਮੇਸ਼ਰ ਪ੍ਰਮਾਤਮਾ ਨੂੰ ਪਾ ਲਿਆ ਉਹਨਾਂ ਨੇ। ਉਹਨੂੰ ਪਾਉਣ ਦੇ ਨਾਲ ਉਹਨਾਂ ਦੀ ਮਹਿਮਾ, ਕਿਉਂ ਜਿੱਥੇ ਤੱਕ ਪ੍ਰਮਾਤਮਾ ਸਾਰਾ ਕੁਝ ਪ੍ਰਮਾਤਮਾ ਦੀ ਹੈ, ਸਾਰੀ ਸ੍ਰਿਸ਼ਟੀ ਪ੍ਰਮਾਤਮਾ ਦੀ ਹੈ, ਸਾਰੇ ਕਿਤੇ ਪ੍ਰਮਾਤਮਾ ਦੀ ਨਾਮ ਦੀ ਮਹਿਮਾ। ਇਸ ਤਰ੍ਹਾਂ ਜਿਹੜੇ ਕੋਈ ਰੱਬ ਦੇ ਨਾਲ ਜੁੜ ਜਾਂਦੇ ਨੇ ਫਿਰ ਉਹਨਾਂ ਦੀ ਜਿੱਥੇ ਤੱਕ ਨਾਮ ਦੀ ਮਹਿਮਾ ਉੱਥੇ ਤੱਕ ਉਹਨਾਂ ਦੀ ਮਹਿਮਾ। ਜਿੱਥੇ ਤੱਕ ਨਾਮ ਦੀ ਪਹੁੰਚ ਹੈ ਉੱਥੇ ਉਹਨਾਂ ਦੀ ਪਹੁੰਚ ਹੈ। ਸਤਿਗੁਰੂ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਪਿਆਰਿਆਂ ਦੀ ਉਪਮਾ ਵਡਿਆਈ ਸਾਰੇ ਕੀਤੀ ਹੈ। ਐਵੇਂ ਥੋੜਾ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ ਵੀ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਜਪਿਆ ਸਿਮਰਿਆ ਨਾ, ਇਹ ਪਾਤਸ਼ਾਹ ਪ੍ਰਮਾਣ ਕਰਦੇ ਜਿਹਨੇ ਗੁਰਮੁਖ ਨਾਮ ਧਿਆਇਆ ਤੇ ਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ। ਫਿਰ ਉਹਨਾਂ ਦੀ ਪੂਜਾ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੇ ਕੀਤੀ ਹੁੰਦੀ ਹੈ। ਜਿਨਾ ਕੀਤੀਆਂ ਕਮਾਈਆਂ ਹਰ ਕੇ ਨਾਮ ਦੀਆਂ, ਉਹਨਾਂ ਨੂੰ ਸਾਰਾ ਜਗ ਪੂਜਦਾ। ਕੀਤੀਆਂ ਕਮਾਈਆਂ ਸੱਚੇ ਨਾਮ ਦੀਆਂ, ਉਹਨਾਂ ਨੂੰ ਸਾਰਾ ਜਗ ਪੂਜਦਾ।
ਨੇ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਮਹਾਰਾਜ ਕਹਿੰਦੇ ਉਹਨਾਂ ਦੀ ਸੋਭਾ ਇੱਕ ਦੋ ਨਗਰਾਂ ਦੀ ਗੱਲ ਨਹੀਂ ਕੀਤੀ, ਬ੍ਰਹਮੰਡਾਂ ਖੰਡਾਂ ਦੀ ਗੱਲ ਕੀਤੀ ਮਹਾਰਾਜ ਨੇ। ਹਰ ਹਰ ਜਨ ਹਰ ਨਾਮ ਸਮਾਣੇ, ਜਨਮ ਮਰਨ ਭਵ ਖੰਡਾ, ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ। ਹਮ ਗਰੀਬ ਮਸ਼ਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸੀਂ ਯਤੀਮ ਇਹਨਾਂ ਦਾ ਕੋਈ ਰੱਖਿਆ ਕਰੀ। ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਚਰਨਾਂ ਦੀ ਰੱਖਿਆ, ਆਪਣੀ ਕਿਰਪਾ ਰੂਪੀ ਰੱਖਿਆ, ਆਪਣੇ ਨਾਮ ਦੀ ਥਕਤ ਨਾਲ ਰੱਖਿਆ ਸਾਡੀ ਕਰਨਾ ਕਰੋ। ਸਾਨੂੰ ਤਾਂ ਤੇਰੇ ਨਾਮ ਦਾ ਆਏ ਆਸਰਾ ਹੈ। ਜਿਵੇਂ ਅੰਧਲੇ ਬੰਦੇ ਨੂੰ ਸੋਟੀ ਦੀ ਟੇਕ ਹੁੰਦੀ ਹੈ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਅੰਧਕਾਰਾ। ਮੈਂ ਗਰੀਬ ਮੈਂ ਮਸ਼ਕੀਨ, ਤੇਰਾ ਨਾਮ ਹੈ ਆਧਾਰਾ। ਸੱਚੇ ਪਾਤਸ਼ਾਹ ਜਿਵੇਂ ਧੋਬੀ ਦੇ ਪੱਟੇ ਦਾ ਆਸਰਾ ਕੀਲਾ ਹੁੰਦਾ ਹੈ, ਇਸੇ ਤਰ੍ਹਾਂ ਮੈਨੂੰ ਤੇਰੇ ਨਾਮ ਦੀ ਟੇਕ ਹੈ। ਜਿਵੇਂ ਅੰਧਾ ਬੰਦਾ ਆਪਣੀ ਸੋਟੀ ਦੀ ਟੇਕ ਨਾਲ ਘਰੇ ਪਹੁੰਚ ਜਾਂਦਾ ਨਾ, ਟੋਂਦਾ ਟੋਂਦਾ, ਇਸੇ ਤਰ੍ਹਾਂ ਆਪਾਂ ਵੀ ਜੇ ਪਰਮੇਸ਼ਰ ਦੇ ਨਾਮ ਦੀ ਟੇਕ ਪਾ ਲਈਏ ਤਾਂ ਆਪਾਂ ਵੀ ਆਪਣੇ ਨਿੱਜੀ ਜਿਹੜਾ ਭਾਵ ਕਿ ਨਿੱਜੀ ਰੂਪੀ ਸਥਾਨ ਆਪਣਾ ਘਰ ਆਤਮਾ ਹੈ, ਆਪਾਂ ਉੱਥੇ ਪਹੁੰਚ ਜਾਵਾਂਗੇ। ਇਸ ਕਰਕੇ ਸਾਧੂਆਂ ਦੀ ਸੰਗਤ ਵਿੱਚੋਂ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ। ਜਿਹੜੇ ਸਾਧੂ ਹੁੰਦੇ ਨੇ ਇਹ ਜੀਵ ਦੇ ਲੋਕ ਤੇ ਪ੍ਰਲੋਕ ਦੀ ਰੱਖਿਆ ਕਰਨ ਵਾਲੇ ਹੁੰਦੇ ਆ। ਲੋਕ ਤੇ ਪ੍ਰਲੋਕ ਦੀ ਇੱਥੇ ਵੀ ਸਹਾਈ ਹੁੰਦੇ ਨੇ ਤੇ ਗਾਹਾਂ ਵੀ। ਇਹ ਨਹੀਂਗਾ ਵੀ ਇੱਥੇ ਨਹੀਂ, ਜਿਵੇਂ ਮਹਾਂਪੁਰਖ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ, ਕਹਿੰਦੇ ਭਾਈ ਜੀ ਇੱਥੇ ਤਾਂ ਗਾਹਾਂ ਵੀ ਆ ਅਸੀਂ। ਪਰ ਅੱਜ ਕੱਲ ਦਾ ਜਿਹੜਾ ਸਮਾਂ ਹੈ ਇਹ ਤਰਕਵਾਦੀ ਹੋਇਆ ਪਿਆ ਹੈ। ਆਮ ਕਿਵੇਂ ਹੋ ਜਾਊਗਾ, ਕਿਹੜੇ ਸਾਧੂ ਨੇ ਕਿਹੜਾ ਫਲਾਣਾ ਜੀ ਪਾਣੀ ਉਹ ਫੇਰ ਦਿੱਤਾ। ਜੇ ਕਿਸੇ ਚੀਜ਼ ਤਾਕਤ ਨਹੀਂ, ਜਿਵੇਂ ਘਿਓ ਆ, ਜੇ ਘਿਓ ਖਾ ਕੇ ਤਾਕਤ ਨਹੀਂ ਆਊਗੀ ਫਿਰ ਘਿਓ ਖਾਣ ਦਾ ਫਾਇਦਾ ਕੀ ਹੋਇਆ ਬਈ। ਜੇ ਬਾਣੀ ਪੜ੍ਹ ਕੇ ਤਾਕਤ ਨਹੀਂ ਆ ਰਹੀ ਫਿਰ ਬਾਣੀ ਪੜ੍ਹਨ ਦਾ ਫਾਇਦਾ ਕੀ। ਇੱਥੇ ਉਹਨਾਂ ਦਾ ਨਰਾਦਰ ਨਹੀਂ ਹੈ, ਨਾਮ ਜਪਣ ਵਾਲਿਆਂ ਦਾ। ਬਾਣੀ ਦਾ ਨਰਾਦਰ ਬਾਣੀ ਦਾ, ਵੀ ਬਾਣੀ ਦਾ ਕੁਛ ਹੈ ਨਹੀਂਗਾ। ਜਿਹੜੀ ਬਾਣੀ ਹੈ ਤਿੰਨਾਂ ਲੋਕਾਂ ਦੀ ਆਸਰਾ ਹੈ। ਜਿਹੜੇ ਜਪਦੇ ਨੇ ਫਿਰ ਉਹਨਾਂ ਦੇ ਵਿੱਚ ਵੀ ਨਾ ਬਾਣੀ ਵਸ ਜਾਂਦੀ, ਉਹਨਾਂ ਦੀ ਵੀ ਐਡੀ ਵੱਡੀ ਪਾਵਰ ਹੋ ਜਾਂਦੀ ਹੈ। ਇਸ ਕਰਕੇ ਕਹਿੰਦੇ ਜੇ ਆਪਾਂ ਆਪਣੀ ਮਿੱਤਰਤਾ ਪਾਉਣੀ ਹੈ ਨਾ ਤਾਂ ਸਾਧੂਆਂ ਦੇ ਨਾਲ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੱਚੜਿਆਂ ਸੋ ਤੋੜ ਢੂੜ ਸੱਜਣ ਸੰਤ ਪੱਕਿਆਂ, ਉਹ ਜਵਿੰਦੇ ਵਿਛੜਿਆ ਮੋਇਆ ਨਾ ਜਾਈ ਛੋੜ। ਜਿਹੜੇ ਸਾਧੂ ਹੁੰਦੇ ਨੇ ਨਾ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਸਾਧੂ ਹੁੰਦੇ ਨੇ ਸਹਾਈ ਪਾਈ ਜੀਵਾਂ ਦੇ, ਭਵ ਜਲ ਤਾਰ ਦਿੰਦੇ ਨੇ। ਹੁੰਦੇ ਨੇ ਸਹਾਈ ਪਾਈ ਜੀਵਾਂ ਦੇ, ਭਵ ਜਲ ਤਾਰ ਦਿੰਦੇ ਨੇ।
ਮਹਾਤਮਾ ਜੀਵਾਂ ਦੀ ਭਾਵ ਕੇ ਸਹਾਇਤਾ ਕਰਦੇ। ਜਿਵੇਂ ਇਤਿਹਾਸ ਦੇ ਵਿੱਚ ਆਉਂਦਾ, ਧੰਨ ਧੰਨ ਸਾਹਿਬ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਨੀਆ ਦੇ ਭਲੇ ਹਿੱਤ ਗੁਰੂ ਪਾਤਸ਼ਾਹ ਨੇ ਆਪਣੇ ਪੂਰਨ ਗੁਰਸਿੱਖਾਂ ਦੀ ਜਿਹੜੇ ਕਰਨੀ ਕਥਨੀ ਦੇ ਪੂਰੇ ਸੀਗੇ। ਜਿਵੇਂ ਸੋਢੀ ਖਾਨਦਾਨ ਦੇ ਵਿੱਚੋਂ ਮਾਧੋ ਦਾਸ ਜੀ ਬੜੀ ਕਰਨੀ ਵਾਲੇ, ਉਹਨਾਂ ਦੀ ਮਹਾਰਾਜ ਨੇ ਡਿਊਟੀ ਲਾ ਦਿੱਤੀ ਕਸ਼ਮੀਰ ਦੀ। ਉਹਨਾਂ ਦੀ ਕਰਨੀ ਕਥਨੀ ਦੇ ਪ੍ਰਭਾਵ ਕਰਕੇ ਬਹੁਤ ਦੁਨੀਆ ਸਤਿਕਾਰ ਕਰਦੀ। ਮਹਾਂਪੁਰਖ ਦੋਏ ਟਾਈਮ ਨਾਮ ਬਾਣੀ ਦੀ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ। ਉਹਨਾਂ ਦੇ ਵਚਨ ਬੜੇ ਰਸੀਲੇ, ਬੜੇ ਮਿੱਠੇ, ਜਦ ਬੋਲਦੇ ਨਾ ਅੰਮ੍ਰਿਤ ਹੀ ਵਰਸਦਾ ਸੀਗਾ। ਬਹੁਤ ਕਥਾ ਸੰਗਤ ਆਉਂਦੀ ਰੋਜ਼, ਬੜਾ ਆਨੰਦ ਮਾਣਦੀ। ਕਹਿੰਦੇ ਇੱਕ ਸਾਹੂਕਾਰ ਸੀ, ਉਹਦੇ 4 ਸਪੁੱਤਰ ਸੀਗੇ। ਜਿਹੜਾ ਸਾਰਿਆਂ ਛੋਟਾ ਸੀਗਾ ਉਹ ਸੰਤਾਂ ਦਾ ਸੰਗੀ ਬਣ ਗਿਆ। ਮਾਨੋ ਕਿ ਉਹਨਾਂ ਦੀ ਸਤਸੰਗ ਦੇ ਵਿੱਚ ਜਾਂਦਾ, ਘਰ ਦਾ ਕੰਮਕਾਰ ਘੱਟ ਹੀ ਕਰਦਾ, ਬਹੁਤਾ ਸਮਾਂ ਸੰਤਾਂ ਦੇ ਕੋਲ ਬਤੀਤ ਕਰਦਾ। ਮਹਾਂਪੁਰਖ ਕਥਾ ਕਰਦੇ, ਸੰਗਤਾਂ ਅਨਿਤ ਹੀ ਇਕੱਠੀਆਂ ਹੁੰਦੀਆਂ। ਸਮਾਂ ਲੰਘਦਾ ਗਿਆ। ਕਹਿੰਦੇ ਇੱਕ ਦਿਨ ਉਹ ਸ਼ਹਿਰ ਵਿੱਚ ਚੋਰੀ ਹੋਈ, ਕਸ਼ਮੀਰ ਦੇ ਵਿੱਚ ਚੋਰੀ ਹੋਣ ਦੇ ਨਾਲ ਰਾਜੇ ਦੇ ਮਹਿਲਾਂ ਦੇ ਵਿੱਚ ਚੋਰ ਨਹੀਂ ਫੜਿਆ ਗਿਆ। ਚਲੋ ਉਸ ਵੇਲੇ ਮਨਾਦੀ ਹੋ ਗਈ ਰਾਜੇ ਦੇ ਵੱਲੋਂ ਵੀ ਜਿਹੜਾ ਕੋਈ 12 ਵਜੇ ਤੋਂ ਬਾਅਦ ਨਾ ਸ਼ਹਿਰ ਦੇ ਵਿੱਚ ਘੁੰਮਦਾ ਫਿਰਦਾ ਫੜਿਆ ਗਿਆ। ਕੋਈ ਕਹਿੰਦੇ ਪੀਰ ਦਲੀਲ ਨਹੀਂ ਸੁਣੀ ਜਾਣੀ ਆਉਣੀ, ਉਹਨੂੰ ਸਿੱਧਾ ਸੂਲੀ ਟੰਗ ਦੇਣਾ, ਬਸ ਸੂਲੀ ਟੰਗ ਦੇਣਾ ਉਹਨੂੰ। ਚਲੋ ਸੰਗਤਾਂ ਨੇ ਮਹਾਂਪੁਰਖਾਂ ਦੇ ਕੋਲ ਬੇਨਤੀ ਕੀਤੀ, ਮਹਾਂਪੁਰਖੋ ਰਾਜੇ ਦਾ ਇਹ ਹੁਕਮ ਹੈ ਵੀ ਜਿਹੜਾ ਕੋਈ 12 ਵਜੇ ਤੋਂ ਬਾਅਦ ਫੜਿਆ ਗਿਆ ਨਾ, ਉਹਨੂੰ ਸਜ਼ਾ ਮੌਤ ਦੀ ਆ। ਆਪ ਕਿਰਪਾ ਕਰੋ, ਜਿਹੜੀ ਇਹ ਕਥਾ ਦੀ ਸਮਾਪਤੀ 10 ਵਜੇ ਕਰ ਦਿਆ ਕਰੋ, 10 ਵਜੇ ਕਰ ਦਿਆ ਕਰੋ। ਸੰਗਤਾਂ ਆਪਣੇ ਟਾਈਮ ਘਰੋਂ ਘਰੀ ਪਹੁੰਚਿਆ ਕਰਨਗੀਆਂ। ਮਹਾਂਪੁਰਖਾਂ ਨੇ ਬੇਨਤੀ ਪ੍ਰਵਾਨ ਕਰ ਲਈ। ਮਹਾਂਪੁਰਖਾਂ ਨੇ ਬੇਨਤੀ ਪ੍ਰਵਾਨ ਕਰ ਲਈ। ਉਸ ਵੇਲੇ ਕਹਿੰਦੇ ਇੱਕ ਦਿਨ ਦਾ ਜ਼ਿਕਰ ਆਉਂਦਾ ਹੈ, ਕਥਾ ਐਸਾ ਪ੍ਰਸੰਗ ਚੱਲਿਆ, ਐਸਾ ਆਨੰਦ ਵੱਜਿਆ ਮਹਾਂਪੁਰਖਾਂ ਨੂੰ, ਟਾਈਮ ਦਾ ਪਤਾ ਹੀ ਨਹੀਂ ਲੱਗਿਆ ਵੀ ਕਿੰਨਾ ਕੁ ਹੋ ਗਿਆ। ਟਾਈਮ ਤੋਂ ਟਾਈਮ ਉੱਪਰ ਹੋ ਗਿਆ। ਜਿਹੜੇ ਮੰਨੋ ਕਿ ਉਹੀ ਕੱਚੇ ਪੀਲੇ ਹੁੰਦੇ ਐ, ਕਹਿੰਦੇ ਸਾਰੇ ਉੱਠ ਕੇ ਜਾਣ ਲੱਗ ਪਏ, ਸਾਰੀ ਜਾਈ ਗਏ। ਮਨ ਪੰਡਾਲ ਖਾਲੀ ਹੋ ਗਿਆ। ਪੰਡਾਲ ਖਾਲੀ ਹੋ ਗਿਆ। ਜਿਹੜਾ ਉਹ ਬੱਚਾ ਸੀ ਉਹਦਾ ਨਿਯਮ ਸੀਗਾ, ਨੇਮ ਸੀ ਉਹਦਾ, ਜਦੋਂ ਕਥਾ ਦਾ ਭੋਗ ਪੁੱਤਾ ਦੀ ਜਾਉਂ ਜਾਂਦਾ ਨਹੀਂ, ਮੈਂ ਬੈਠਾ ਇਕੱਲਾ ਹੀ, ਕੋਈ ਭੈ ਨਹੀਂ ਮੌਤ ਦਾ। ਰੱਬ ਦੇ ਪਿਆਰੇ ਠੋਰ ਡਰਦੇ ਕਿਸੇ ਤੋਂ। ਜਦੋਂ ਮਹਾਂਪੁਰਖਾਂ ਨੇ ਖਿਆਲ ਕੀਤਾ, ਅੱਖਾਂ ਖੋਲੀਆਂ, ਦੇਖਿਆ ਪੰਡਾਲ ਸਾਰਾ ਖਾਲੀ ਪਿਆ। ਪੰਡਾਲ ਸਾਰਾ ਖਾਲੀ ਪਿਆ। ਉਹ ਬੱਚਾ ਇੱਕ ਬੈਠਾ ਹੈ। ਕਹਿਣ ਲੱਗੇ, ਭਾਈ ਮੈਨੂੰ ਤਾਂ ਟਾਈਮ ਦਾ ਪਤਾ ਨਹੀਂ ਰਿਹਾ, ਜਿੱਥੇ ਹੋਰ ਗਏ ਤੂੰ ਵਗ ਜਾਂਦਾ, ਤੂੰ ਕਿਉਂ ਬੈਠਾ ਰਿਹਾ ਇੱਥੇ? ਕਹਿੰਦੇ ਮਹਾਂਪੁਰਖੋ ਮੈਂ ਚਲਾ ਜਾਂਦਾ, ਮੇਰੇ ਸਰੋਤੇ ਬਣਨ ਲਾਲ ਲੱਗਣੀ ਸੀਗੀ। ਸਰੋਤਾ ਕਾਹਦਾ ਉਹ? ਵੀ ਜਦੋਂ ਹਾਲ ਕਥਾ ਦਾ ਭੋਗ ਨਹੀਂ ਪਿਆ, ਉੱਠ ਕੇ ਘਰ ਚਲੇ ਜਾਈਏ। ਦੂਜੀ ਕਹਿੰਦੇ ਮੇਰਾ ਨੇਮ ਆ ਮਹਾਰਾਜ, ਉਹਦੇ ਵਿੱਚ ਮੇਰੀ ਭਾਵ ਕਿ ਵਿਘਨ ਪੈਂਦਾ ਸੀ ਮੇਰਾ। ਦੂਜਾ ਕਥਾ ਦਾ ਨਰਾਦਰ ਹੋ ਰਿਹਾ ਸੀਗਾ, ਵੀ ਸੁਣਨ ਵਾਲਾ ਕੋਈ ਹੈ ਹੀ ਨਹੀਂਗਾ, ਵੀ ਮਹਾਂਪੁਰਖ ਇਕੱਲੇ ਕਰ ਰਹੇ ਨੇ, ਨਰਾਦਰ ਹੈ ਨਾ। ਤੀਜਾ ਜਿਹੜਾ ਕਥਾ ਦਾ ਆਨੰਦ ਸੀ ਉਹ ਮੈਂ ਛੱਡਿਆ ਨਹੀਂ ਸਕਦਾ ਮਹਾਰਾਜ,
ਚੌਥੀ ਇਹ ਗੱਲ ਸੀ, ਜੇ ਮੈਂ ਛੱਡ ਜਾਂਦਾ ਤਾਂ ਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਹੋਣੀ ਸੀਗੀ। ਹੁਣ ਭਾਵੇਂ ਮੈਂ ਰਾਜੇ ਦੇ ਹੁਕਮ ਦੀ ਉਲੰਘਣਾ ਕੀਤੀ, ਪਰ ਮੈਨੂੰ ਖੁਸ਼ੀ ਹੈ ਮੇਰੇ ਮਨ ਦੇ ਵਿੱਚ ਵੀ ਮੈਂ ਗੁਰੂ ਦਾ ਵਚਨ ਮੰਨਿਆ, ਮੈਂ ਗੁਰੂ ਦਾ ਵਚਨ ਮੰਨਿਆ। ਕੋਈ ਗੱਲ ਨਹੀਂ, ਜੋ ਹੋਣਾ ਹੋਣ ਦੋ ਜੀ। ਉਸ ਵੇਲੇ ਭੋਗ ਪਿਆ, ਅਰਦਾਸ ਹੋਈ, ਬੱਚਾ ਆਪਣੇ ਮਹਾਂਪੁਰਖਾਂ ਤੋਂ ਅਸੀਸ ਲੈ ਕੇ, ਮਹਾਂਪੁਰਖਾਂ ਨੇ ਅਸੀਸ ਦਿੱਤੀ, ਉਹਨੂੰ ਕਹਿੰਦੇ ਕੋਈ ਨਹੀਂ ਬੱਚਾ, ਜਿਹਦੇ ਆਸਰੇ ਤੂੰ ਬੈਠਾ ਤੇਰੀ ਰੱਖਿਆ ਕਰੂਗਾ, ਕੋਈ ਗੱਲ ਨਹੀਂ। ਜਦੋਂ ਉਹ ਗਿਆ ਨਾ, ਹੁਣ ਅਗਸਤ ਤੁਰੀ ਫਿਰਦੀ ਸੀ, ਫੜਿਆ ਗਿਆ ਵਿਚਾਰਾ ਉਹ ਵੀ ਤੂੰ 12 ਵਜੇ ਤੋਂ ਬਾਅਦ ਰਾਜ ਦਾ ਹੁਕਮ ਹੈ, ਰਾਜੇ ਦਾ ਹੁਕਮ ਹੈ, ਤੂੰ ਇੱਧਰ ਕਿੱਧਰ। ਫੜ ਕੇ ਉਹਨੂੰ ਰਾਜੇ ਦੇ ਪੇਸ਼ ਕੀਤਾ, ਜੀ ਆ ਤੁਹਾਡੇ ਇਹਨੇ ਹੁਕਮ ਦੀ ਉਲੰਘਣਾ ਕੀਤੀ ਹੈ। ਉਸ ਵੇਲੇ ਕਹਿੰਦੇ ਤੈਨੂੰ ਪਤਾ ਨਹੀਂ ਵੀ ਹੁਕਮ ਸੀ? ਕਹਿੰਦੇ ਪਤਾ ਸੀਗਾ। ਫਿਰ ਤੂੰ ਕਿੱਥੋਂ? ਉਹ ਕਹਿਣ ਲੱਗਾ ਜੀ ਮਹਾਂਪੁਰਖਾਂ ਦੀ ਸੰਗਤ ਵਿੱਚੋਂ। ਕੋਈ ਉੱਥੇ ਪੀਲ ਦਲੀਲ ਹੈ ਹੀ ਨਹੀਂ ਸੀਗੀ। ਉਸ ਵੇਲੇ ਜਿਹੜੇ ਉਹਦੇ ਘਰ ਦੇ ਪਰਿਵਾਰ ਸੀਗੇ, ਮੈਂਬਰ ਸੀ, ਮਾਤਾ ਪਿਤਾ, ਭੈਣ ਭਰਾ, ਬੱਚੇ, ਘਰ ਵਾਲੀ, ਸਭ ਨੂੰ ਬੁਲਾਇਆ ਗਿਆ। ਦੱਸੋ ਬਈ ਇਹ ਤੁਹਾਡਾ ਕੀ ਲੱਗਦਾ ਹੈ? ਕਿ ਸਾਡਾ ਕੀ ਲੱਗਦਾ? ਕਹਿੰਦੇ ਇਹ ਤਾਂ ਸਾਡੀ ਗੱਲੇ ਨਹੀਂ ਮੰਨਦਾ। ਪਿਤਾ ਮਾਤਾ ਪਿਤਾ ਕਹਿਣ ਲੱਗੇ ਸਾਡਾ ਤਾਂ ਕੰਮ ਹੀ ਨਹੀਂ ਕਰਦਾ ਕੋਈ ਇਹ। ਕਿਉਂ? ਸਾਰੀ ਦੁਨੀਆ ਸੁੱਖਾਂ ਦੇ ਨਾਲ, ਕੰਮਾਂ ਦੇ ਨਾਲ ਹੈ, ਕੋਈ ਕਿਸੇ ਦਾ ਨਹੀਂਗਾ। ਭਾਈਆਂ ਨੇ ਪੁੱਛਿਆ, ਭਾਈ ਡਰ ਗਏ ਵੀ ਜੇ ਅਸੀਂ ਕਹਿੰਦੇ ਸਾਡਾ ਭਰਾ ਹੈ, ਕਹਿੰਦੇ ਸਾਡਾ ਕੁਛ ਨਹੀਂ ਲੱਗਦਾ ਜੀ, ਇਹ ਘਰ ਵਾਲੇ ਕੇ ਸਾਡਾ ਵੀ ਕੁਛ ਨਹੀਂ ਲੱਗਦਾ ਇਹ। ਇਸੇ ਕਰਕੇ ਮਹਾਂਪੁਰਖ ਕਹਿੰਦੇ ਵੀ ਜਿਹੜੇ ਸਤਿਪੁਰਸ਼ ਨੇ, ਰੱਬ ਦੇ ਪਿਆਰੇ ਨੇ, ਜਿਹੜੇ ਦੁਨੀਆ ਨਾ, ਇਹ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਧੂ ਮੋਇਆ ਤੋਂ ਵੀ ਸਾਥ ਨਿਭਾਉਂਦੇ ਨੇ, ਦੁਨੀਆ ਛੱਡੇ ਜਿਉਂਦਿਆਂ ਨੂੰ, ਮੋਇਆ ਤੋਂ ਵੀ ਸਾਥ ਨਿਭਾਉਂਦੇ, ਦੁਨੀਆ ਛੱਡੇ ਜਿਉਂਦਿਆਂ ਨੂੰ, ਦੁਨੀਆ ਛੱਡੇ
ਦੁਨੀਆ ਛੱਡੇ ਜੀ ਜਿਉਂਦਿਆਂ ਨੂੰ, ਦੁਨੀਆ ਛੱਡੇ ਜੀ ਜਿਉਂਦਿਆਂ ਨੂੰ, ਮੋਇਆ ਤੋਂ ਵੀ ਸਾਥ ਨਿਭਾਉਂਦੇ, ਦੁਨੀਆ ਛੱਡੇ ਜਿਉਂਦਿਆਂ ਨੂੰ, ਸਾਧੂ ਮੋਇਆ ਤੋਂ ਵੀ ਸਾਥ ਨਿਭਾਉਂਦੇ ਨੇ, ਦੁਨੀਆ ਛੱਡੇ ਜਿਉਂਦਿਆਂ ਨੂੰ, ਦੁਨੀਆ ਛੱਡੇ ਜਿਉਂਦਿਆਂ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੇ ਮੂੰਹ ਫੇਰ ਗਏ, ਸਾਡਾ ਨਹੀਂ ਜੀ। ਜਿਵੇਂ ਪਾਤਸ਼ਾਹ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਉ ਸਭ ਜਗ ਫਾਂਦਿਓ ਕੋ ਕਾਹੂ ਕੋ। ਇਹ ਪਿਆਰੇ ਆ, ਸਮਝ ਲੈ ਮਨ ਦੇ ਵਿੱਚ। ਆ ਜਿਹੜੇ ਤੂੰ ਆਪਣਾ ਭਾਵ ਕਿ ਕਬੀਲਾ ਦੇਖਦਾ, ਟੱਬਰ ਟੀਰ ਦੇਖ ਰਿਹਾ, ਆਪਣੇ ਸਾਖ ਸੰਬੰਧੀ ਦੇਖ ਰਿਹਾ, ਇਹਨੂੰ ਤੇਰਾ ਕੋਈ ਨਹੀਂਗਾ। ਇਹ ਤਾਂ ਆਪਣੇ ਸੁੱਖਾਂ ਦੇ ਸੰਗੀ ਲੋਕ ਨੇ, ਸੁੱਖ ਮਿਲਦੇ ਨੇ ਕਮਾ ਕੇ ਲੈ ਕੇ ਆਉਣਾ ਤੂੰ, ਸਾਰੇ ਮੇਰਾ ਮੇਰਾ ਕਰਦੇ ਆ। ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸ ਘੇਰਾ, ਵਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਮੇਰਾ। ਜੋ ਸੁਖ ਹੁੰਦੇ ਨੇ ਚਾਰ ਕੌਡੀਆਂ ਕੋਲ ਹੁੰਦੀਆਂ ਨੇ, ਤਾਂ ਬੜੇ ਆਪਣੇ ਸਾਖ ਸੰਬੰਧੀ ਦੂਰੋਂ ਦੂਰੋਂ ਆ ਕੇ ਆਉਂਦੇ ਨੇ ਵੀ ਆ ਸਾਡਾ ਬਈ, ਆ ਸਾਡਾ ਹੈ। ਸਾਰੇ ਆਪਣਾ ਬਣਾਉਂਦੇ ਨੇ। ਜਦੋਂ ਵਿਪਤਾ ਪੈ ਜਾਂਦੀ ਹੈ, ਦੁੱਖਾਂ ਦੀ ਘੜੀ ਆ ਜਾਂਦੀ ਹੈ, ਉਸ ਵੇਲੇ ਕੋਈ ਨਹੀਂ ਗਾ। ਘਰ ਕੀ ਨਾਰ ਬਹੁਤ ਇਤ ਜਾਸਿਓ, ਰਹਿਤ ਸਦਾ ਸੰਗ ਲਾਗੀ, ਜਾਵੀ ਹੰਸ ਤਜੀ ਏਕ ਆਇਆ, ਪ੍ਰੇਤ ਪ੍ਰੇਤ ਕਰ ਭਾਗੀ। ਬੜਾ ਪਿਆਰ, ਕਹਿੰਦੇ ਪਿਆਰ ਕਰਦੀ, ਪ੍ਰੇਮ ਕਰਦੀ। ਜਦੋਂ ਸਰੀਰ ਦੇ ਵਿੱਚੋਂ ਜਿੰਦ ਨਿਕਲ ਜਾਂਦੀ ਹੈ, ਕਾਇਆ ਦੂਰ, ਭਾਵ ਕਿ ਕਾਇਆ ਚੋਂ ਆਤਮਾ ਨਿਕਲ ਜਾਂਦੀ ਹੈ, ਫਿਰ ਉਹ ਵੀ ਕਹਿੰਦੇ ਇਹ ਤਾਂ ਪ੍ਰੇਤ ਹੈ। ਇਹ ਵਿਦ ਕੋ ਵਿਹਾਰ ਬਣਿਓ ਹੈ, ਜਾਸਿਓ ਨੇਹੋ ਲਗਾਇਓ, ਅੰਤ ਬਾਰ ਨਾਨਕ ਹਰ ਬਿਨ ਜੀ ਕੋ ਕਾਮ ਨਾ ਆਇਓ। ਪਰਮੇਸ਼ਰ ਤੋਂ ਬਿਨਾ ਕੌਣ ਕੰਮ ਆਉਂਦਾ ਹੈ? ਸਾਧੂਆਂ ਤੋਂ ਬਿਨਾ ਕੌਣ ਕੰਮ ਆਉਂਦਾ ਹੈ? ਦੇਖ ਲਓ, ਕੋਈ ਢੀਲਾ ਮੱਠਾ ਹੋ ਜੇ, ਚਲੋ ਵੀ ਲੈ ਜਾਓ ਗੁਰਦੁਆਰੇ ਚੱਕ ਕੇ ਇਹਨੂੰ। ਕੋਈ ਬਾਦ ਘਾਟ ਹੋ ਜਾਵੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਤੇਰਾ ਕੋਈ ਨਹੀਂਗਾ। ਇਸੇ ਕਰਕੇ ਨੌਵੇਂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਇਹ ਤਾਂ ਸੁੱਖਾਂ ਦੇ ਸੰਗੀ ਨੇ ਤੇਰੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਦੁੱਖਾਂ ਦੇ ਸੰਗੀ ਨੇ ਉਹ ਤੇਰੇ, ਦੁੱਖਾਂ ਵਿੱਚ ਕੋਈ ਨਾ ਬਣੇ।
ਵੇਲੇ ਪਾਤਸ਼ਾਹ ਜੀ ਕਹਿੰਦੇ ਤਾਂ ਤੇਰੇ ਸਾਰੇ ਸੁੱਖਾਂ ਦੇ ਨੇ। ਜਦੋਂ ਸਾਰਿਆਂ ਨੇ ਪਾਸਾ ਵਟਿਆ ਸੂਲੀ ਚੜਾਉਣ ਲੱਗੇ ਕਿ ਤੇਰਾ ਕੋਈ ਹੋਰ ਵੀ ਹੈ ਸੰਗੀ ਸਾਥੀ? ਕਹਿੰਦੇ ਹਾਂ ਜੀ, ਮਾਧੋ ਦਾਸ ਸੰਤ ਜੀ ਨੇ, ਉਹਨਾਂ ਨੇ ਮਿਲਣਾ ਬਸ ਮੈਂ। ਉਹਨਾਂ ਨੂੰ ਬੁਲਾਇਆ ਗਿਆ। ਰਾਜਾ ਕਹਿਣ ਲੱਗਾ ਜੀ ਇਹ ਆਪ ਨੂੰ ਕਹਿੰਦੇ ਮੇਰੇ ਸਾਧੂ ਨੇ ਮੇਰੇ, ਇਹ ਫੜਿਆ ਗਿਆ ਇੱਥੇ ਅਵਾਰਾਗਰਦੀ ਕਰਦਾ, ਉਲੰਘਣਾ ਕੀਤੀ ਨੇ ਹੁਕਮ ਦੀ, ਇਹਨੂੰ ਸੂਲੀ ਟੰਗਣ ਲੱਗੇ ਆ। ਜੇ ਤੁਹਾਡਾ ਕੁਛ ਹੁੰਦਾ ਤਾਂ ਕਰ ਲਓ। ਕਿ ਤੁਹਾਡਾ ਕੀ ਲੱਗਦਾ ਹੈ? ਮਹਾਂਪੁਰਖ ਕਹਿੰਦੇ ਕੁਛ ਮਰਜ਼ੀ ਸਮਝ ਲਓ, ਪੁੱਤ ਸਮਝ ਲਓ, ਚੇਲਾ ਸਮਝ ਲਓ, ਸੰਗੀ ਸਮਝ ਲਓ, ਮੇਰਾ ਕੁਛ ਮਰਜ਼ੀ ਸਮਝ ਲਓ, ਮੇਰਾ ਸਭ ਕੁਛ ਹੀ ਹੈ। ਕਹਿੰਦੇ ਇਹਨੇ ਅਵਗਿਆ ਕੀਤੀ ਹੈ, ਉਲੰਘਣਾ ਕੀਤੀ ਹੈ ਹੁਕਮ ਦੀ, ਇਹਨੂੰ ਸੂਲੀ ਚਾੜਨ ਲੱਗੇ ਆ। ਕਹਿੰਦੇ ਕਿਉਂ ਬਈ? ਕਹਿੰਦੇ ਇਹਨੇ ਥੋੜਾ ਅਵਗਿਆ ਕੀਤੀ, ਅਵਗਿਆ ਤਾਂ ਮੇਰੇ ਤੋਂ ਹੋਈ ਹੈ, ਗਲਤੀ ਮੇਰੀ ਹੈ। ਮਹਾਂਪੁਰਖ ਕਹਿਣ ਲੱਗੇ ਜੇ ਮੈਂ ਲੇਟ ਭੋਗ ਪਾਇਆ ਤਾਂ ਇਹ ਸਭ ਤੋਂ ਚੋਰ ਬਣ ਗਿਆ, ਇਹ ਤਾਂ ਬੇਗਨਾਹ ਹੈ। ਜੇ ਇਹਨੂੰ ਸੁਣੇ, ਇਹਨੂੰ ਨੇ ਇਹਦੇ ਥਾਂ ਤੇ ਮੈਨੂੰ, ਰਾਜਾ ਕਹਿੰਦਾ ਤਾਂ ਬੜਾ ਸੋਹਣਾ ਤਰੀਕਾ ਸਮਝਿਆ ਟੋਲਿਆ ਇਹਨੂੰ ਬਚਾਉਣ ਦਾ। ਵੀ ਜੇ ਕਿ ਸੰਤ ਨੂੰ ਇਹ ਰਾਜਾ ਸੂਲੀ ਚਾੜੂਗਾ ਵੀ ਇਹਦੇ ਭਾਵ ਕਿ ਅਬਜਾ ਬਦਨਾਮੀ ਹੋਊਗੀ। ਕਹਿੰਦੇ ਇਹ ਨਹੀਂ, ਇਹਨੇ ਉਲੰਘਣਾ ਕੀਤੀ ਹੈ, ਅਸੀਂ ਇਹਨੂੰ ਸੂਲੀ ਚਾੜਨ ਲੱਗੇ ਆ। ਜੇ ਤੇਰੇ ਕੋਲ ਕੁਛ ਹੈ ਤਾਂ ਇਹਨੂੰ ਬਚਾ ਲੈ। ਕਹਿੰਦਾ ਮੈਂ ਕੀ ਬਚਾਉਣਾ ਜੀ, ਇਹ ਲੜ ਲੱਗਿਆ, ਜਿਹਦਾ ਪੱਲਾ ਫੜਿਆ ਇਹਨੇ, ਉਹ ਰੱਖਿਆ ਕਰਨਗੇ ਇਹਦੀ, ਮੈਂ ਕੀ ਕਰ ਸਕਦਾ?
ਉਸ ਵੇਲੇ ਕਹਿੰਦੇ ਜਲਾਦਾਂ ਨੂੰ ਹੁਕਮ ਹੋਇਆ, ਲੱਕੜ ਦੇ ਭਾਵ ਕੇ ਤਿੱਖੀ ਸੂਲੀ ਬਣਾਉਂਦੇ ਹੁੰਦੇ ਲੱਕੜ ਦੀ, ਉਹਦੇ ਉੱਤੇ ਉਹਦਾ ਪੇਟ ਮਾਨੋ ਕਿ ਉਹਨੂੰ ਮੁੱਦਾ ਪਾ ਦਿੰਦੇ ਉੱਤੇ, ਫਿਰ ਉਹ ਪੇਟ ਵਿੱਚ ਧੁੱਸ ਜਾਂਦੀ, ਫਿਰ ਬੰਦਾ ਖਤਮ ਹੋ ਜਾਂਦਾ ਸੀਗਾ। ਮਹਾਂਪੁਰਖਾਂ ਨੇ ਅਰਦਾਸ ਕੀਤੀ, ਕਹਿੰਦੇ ਉਹਨੂੰ ਉੱਤੇ ਪਾਇਆ ਨਾ, ਸੂਲੀ ਦੇ ਉੱਤੇ ਜਿਹੜੀ ਸੂਲੀ ਸੀ ਕਹਿੰਦੇ ਮਾਨੋ ਕਿ ਹਰੀ ਭਰੀ ਹੋ ਗਈ ਸੀਗੀ, ਹਰੀ ਭਰੀ। ਉਦੋਂ ਬਾਅਦ ਫਿਰ ਉਹਨਾਂ ਨੇ ਕਹਿੰਦੇ ਲੋਹੇ ਦੀ ਸੂਲੀ ਗੱਡੀ ਸੀਗੀ, ਉਹ ਪਿੰਗਲ ਕੇ ਜਿਵੇਂ ਨਾ ਢਲ ਕੇ ਮੋਮ ਬਣ ਗਈ। ਕਿਹਦੀ ਕਿਰਪਾ? ਗੁਰੂ ਮਹਾਰਾਜ ਦੀ। ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਨਾ, ਉਹਨਾਂ ਨੂੰ ਗੁਰੂ ਪਰਮੇਸ਼ਰ ਰੱਖ ਲੈਂਦਾ। ਇਸੇ ਕਰਕੇ ਸੋ ਦੁਖ ਕੈਸੇ ਪਾਵੈ ਜੀ ਦਾ ਰਾਖਾ ਹੈ ਪਰਮਾਤਮਾ, ਸੋ ਦੁਖ ਕੈਸੇ ਪਾਵੈ ਜੀ ਦਾ ਰਾਖਾ ਹੈ ਪਰਮਾਤਮਾ, ਪਾਤਸ਼ਾਹ ਜੀ ਕਹਿੰਦੇ ਜਿਸ ਕੇ ਸਿਰ ਉਪਰ ਸੋ ਸੁਆਮੀ ਸੋ ਦੁਖ ਕੈਸਾ, ਜਿਨ੍ਹਾਂ ਦੇ ਅਭਾਵ ਕੀ ਰੱਖਿਆ ਕਰਨ ਪਰਮਾਤਮਾ ਬਲ ਹੋਵੇ, ਉਹਨਾਂ ਨੂੰ ਫਿਰ ਕੌਣ ਕੋਈ ਦੁੱਖ ਦੇ ਸਕਦਾ। ਉਸ ਵੇਲੇ ਜਿਉਂਦਾ ਤਿਉਂ ਗੁਰੂ ਕਿਰਪਾ ਦੇ ਨਾਲ ਜੈ ਜੈਕਾਰ ਹੋ ਗਈ।
ਜਿਹੜਾ ਰਾਜਾ ਸੀ ਉਹ ਵੀ ਹੱਥ ਜੋੜ ਖੜਾ ਹੋ ਗਿਆ, ਕਹਿਣ ਲੱਗਾ ਇੰਨੀ ਕਿਰਪਾ ਨਾਮ ਦੀ, ਇੰਨੀ ਵੱਡੀ ਸੰਗਤ ਦੀ ਕਿਰਪਾ। ਉਸ ਵੇਲੇ ਮਾਨੋ ਕਿ ਮਹਾਂਪੁਰਖਾਂ ਦੇ ਚਰਨੀ ਹੱਥ ਲਾਉਂਦਾ, ਕਿਰਪਾ ਕਰੋ ਮੇਰੇ ਤੇ ਵੀ। ਕਹਿੰਦੇ ਭਾਈ ਮੈਂ ਰੱਖਿਆ ਨਹੀਂ ਕੀਤੀ, ਜਿਹਦੀ ਰੱਖਿਆ ਕੀਤੀ ਉਹਦੇ ਚਰਨਾਂ ਵਿੱਚ ਚੱਲ, ਉਹਨਾਂ ਦੇ ਅੱਗੇ ਬੇਨਤੀ ਕਰ, ਤੇਰਾ ਵੀ ਭਲਾ ਹੋ ਜਾਊਗਾ। ਫਿਰ ਉਸ ਵੇਲੇ ਕਹਿੰਦੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਣੇ ਕਹਿੰਦੇ ਉਹ ਬੱਚਾ ਤੇ ਰਾਜੇ ਦੇ ਸਮੇਤ ਬਹੁਤ ਸੰਗਤ ਗੁਰੂ ਚਰਨਾਂ ਵਿੱਚ ਪਹੁੰਚੀ ਸੀਗੀ। ਉਸ ਵੇਲੇ ਗੁਰੂ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਨੂੰ ਉਪਦੇਸ਼ ਦੇ ਰਹੇ ਸੀ, ਕਾਹੇ ਰੇ ਮਨ ਚਿਤਮ ਕਰ, ਕਾਹੇ ਰੇ ਮਨ ਵਿੱਚ ਚਿਤਵੈ ਉਤਮ, ਜਾਂ ਹਰ ਹਰ ਜਿਉ ਪਰਿਆ ਸੈਲ ਪੱਥਰ ਮੈਂ ਜੰਤ ਉਹ ਪਾਏ, ਤਾ ਕਰ ਚ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸਟ ਹਰਿਆ। ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਕਹਿੰਦੇ ਮਾਧੋ ਦੱਸਦਾ, ਕਹਿ ਦਿਓ ਚਾ ਮਾਧੋ ਮਾਇਆਪਤੀ ਪ੍ਰਮਾਤਮਾ, ਉਹਦੇ ਨਾਮ ਦੀ, ਉਹਦੀ ਸੰਗਤ ਵਿੱਚੋਂ ਜੋ ਜੀਵ ਜੁੜਦਾ ਹੈ, ਜੋ ਮਿਲਦਾ ਹੈ ਸੰਗਤ ਦੇ ਨਾਲ, ਗੁਰੂ ਪਾਤਸ਼ਾਹ ਜੀ ਕਹਿੰਦੇ ਉਹਦੀ ਲੋਕ ਪ੍ਰਲੋਕ ਦੇ ਵਿੱਚ ਰੱਖਿਆ ਹੁੰਦੀ ਹੈ। ਇਸ ਕਰਕੇ ਜਿਹੜੀ ਸੰਗਤ ਹੈ, ਜਿਹੜੀ ਕਥਾ ਹੈ, ਪਰਮੇਸ਼ਰ ਦਾ ਨਾਮ ਹੈ, ਇਹ ਕਿਸੇ ਦਾ ਆਪਣਾ ਨਹੀਂ, ਇਹ ਤਾਂ ਪਰਮੇਸ਼ਰ ਦੀ ਹੈ। ਜਿਹੜਾ ਜਿੰਨਾ ਵੀ ਇਹਦੇ ਵਿੱਚ ਕੋਈ ਲੈਵਲ ਆਉਂਦਾ ਹੈ, ਕਿਉਂ ਰੱਖਿਆ ਮਾਰਨ ਤੇ ਭਾਵ ਕੇ ਮਾਰਨਾ ਤੇ ਰੱਖਿਆ ਪਰਮਾਤਮਾ ਦੇ ਹੱਥ ਵਿੱਚ ਹੈ ਨਾ, ਕਿਹੜਾ ਕੋਈ ਆਪਾਂ ਨੂੰ ਮਾਰ ਸਕਦਾ? ਕੋਈ ਸਾਖਤ ਸੋ ਕੋਈ ਨਾ ਮਾਰੈ ਸੋ ਮੂਆ ਇਸ ਮਨੋ, ਜਿਹਨੂੰ ਰੱਖਿਆ ਕਰੇ ਉਹਨੂੰ ਕੋਈ ਮਾਰ ਨਹੀਂ ਸਕਦਾ, ਜਿਹਨੂੰ ਪਰਮਾਤਮਾ ਮਾਰਨਾ ਚਾਹੇ ਉਹਨੂੰ ਕੋਈ ਬਚਾ ਨਹੀਂ ਸਕਦਾ। ਜਿਹੜੇ ਸੰਤਾਂ ਦੇ ਗੁਰੂ ਦੇ ਨਾਲ ਜੁੜਦੇ ਨੇ, ਗੁਰੂ ਪਾਤਸ਼ਾਹ ਜੀ ਇੱਥੇ ਤਾਂ ਕੀ ਉਹ ਤਾਂ ਜਮਾਂ ਦੀ ਮਾਰ ਤੋਂ ਬਚਾ ਲੈਂਦੇ ਨੇ। ਇਸ ਕਰਕੇ ਹਮੇਸ਼ਾ ਜਿੰਨਾ ਵੀ ਸਮਾਂ ਆਪਾਂ ਨੂੰ ਮਿਲੇ, ਜਿਹੜੀ ਸੰਗਤ ਆ ਨਾ, ਇਹੀ ਆਪਣਾ ਸਭ ਕੁਝ ਹੈ, ਇਹੀ ਆਪਣਾ ਸਭ ਕੁਝ ਹੈ। ਇਹ ਨਹੀਂ ਆਪਣਾ ਜੀਵਨ ਸਵਾਰਨ, ਇਹ ਨਹੀਂ ਆਪਣਾ ਲੋਕ ਤੇ ਪ੍ਰਲੋਕ ਸਵਾਰਨ, ਬਾਕੀ ਕੋਈ ਦੁਨੀਆ ਤੇ ਐਸਾ ਹੈ ਨਹੀਂਗਾ ਜਿਹੜਾ ਆਪਣਾ ਲੋਕ ਪ੍ਰਲੋਕ ਸਵਾਰ ਦੇ। ਇਹ ਤਾਂ ਆਪਾਂ ਦੂਰ ਭੱਜਦੇ ਆ ਨਾ ਜੀ, ਸੰਗਤ ਵਿੱਚ ਕਿੱਥੇ ਇੰਨਾ ਟਾਈਮ ਕਿ ਸਾਡੇ ਕੋਲੇ, ਇਹ ਟਾਈਮ ਕੰਮ ਆਊਗਾ। ਇਹ ਨਹੀਂ ਆਪਣੀ ਰੱਖਿਆ ਕਰਨੀ, ਇਹ ਨਹੀਂ ਆਪਣੇ ਸਾਰਾ ਕੁਝ ਕਰਨਾ, ਬਰਕਤਾਂ ਪਾਉਣੀਆਂ ਨੇ। ਜਿਹੜੇ ਨਾਮ ਦੀ ਕਮਾਈ ਕਰਦੇ ਨੇ ਉਹ ਕਦੇ ਪਛੜੇ ਨਹੀਂ। ਜੇਕਰ ਆਪਾਂ ਕਹਿੰਦੇ ਸੰਗਤ ਵਿੱਚ ਟਾਈਮ ਵੱਧ ਲਾ ਗਏ ਆ, ਮੇਰੇ ਕੰਮ ਵਿਗੜ ਜਾਣਗੇ ਜੀ, ਇੱਥੇ ਟਾਈਮ ਲਾਉਣ ਨਾਲ ਆਪਣੇ ਕੰਮ ਨਹੀਂ ਵਿਗੜੇ ਤਾਂ ਆਪਣੇ ਕੰਮ ਸਬਰਨ ਕਿੱਥੇ? ਇੱਥੇ ਤਾਂ ਕੰਮ ਸਬਰਦੇ ਨੇ, ਇੱਥੇ ਤਾਂ ਕੰਮ ਦੂਣੇ ਚੌਗਣੇ ਵਾਧੇ ਨੇ ਜੀ, ਆਪਾਂ ਗੁਰੂ ਨਾਲ ਪਿਆਰ ਕਰੀਏ। ਇਸ ਕਰਕੇ ਹਮੇਸ਼ਾ ਜਿੰਨਾ ਵੀ ਸਮਾਂ ਮਿਲੇ, ਵੱਧ ਤੋਂ ਵੱਧ ਸੰਗਤ ਕਰੋ, ਨਾਮ ਜਪੋ, ਸੇਵਾ ਕਰੋ ਗੁਰੂ ਦੀ। ਗੁਰੂ ਮਹਾਰਾਜ ਲੋਕ ਤੇ ਪ੍ਰਲੋਕ ਦੇ ਸਹਾਈ ਹੁੰਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜਿੰਨੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚੀਆਂ, ਸਭ ਦਾ ਧੰਨਵਾਦ। ਗੁਰੂ ਪਾਤਸ਼ਾਹ ਕਿਰਪਾ ਕਰੇ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰੇ। ਆਪਣੇ ਦਰੋਂ ਕਰੋ ਨਾਮਦਾਨ, ਸਿੱਖੀ ਭਰੋਸਾ ਦਾਨ ਬਖਸ਼ਿਸ਼ ਕਰੇ। ਰਲ ਮਿਲ ਕੇ ਆਓ ਸਰਭੋਗ ਦਾ ਸਲੋਕ, ਫਿਰ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ ਜੀ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ।